ये हैं मोहम्मद इशफ़ाक़। इनका ताल्लुक़ एक गरीब घराने से है। मोहम्मद इशफ़ाक़ ख़ुद एक टांग से महरूम हैं तो दूसरी तरफ इनके वालिद मोहतरम फ़ालज के अटैक से मफलूज हैं। मोहम्मद इशफ़ाक़ एक टांग से महरूम होने के बावजूद अपने घराने के वाहद कफ़ील हैं। आए आज इनकी कहानी इनकी ज़ुबानी सुनते हैं। अस्सलाम वालेकुम भाईजान। वालेकुम सलाम। भाईजान की नाम तुहाडा? ਮੁਹੰਮਦ ਇਸ਼ਫਾਕ। वालद साहब तो की करते हैं? ਵਾਲਦ ਸਾਹਿਬ ਜੀ ਮਿਹਨਤ ਮਜ਼ਦੂਰੀ ਕਰਦੇ ਸੀ ਜੀ, ਉਹਨਾਂ ਨੂੰ ਫਾਲਜ ਹੋ ਗਿਆ ਜੀ। 1 ਸਾਲ ਹੋ ਗਿਆ ਜੀ ਉਹ ਘਰ ਹੀ ਪਏ ਨੇ ਜੀ। ਤੇ ਮੈਂ ਤੁਹਾਨੂੰ ਦੇਖਿਆ ਕਿ ਤੁਹਾਡੀ ਇੱਕ ਲੱਤ ਨਹੀਂ ਹੈਗੀ ਔਰ ਤੁਸੀਂ ਇਸ ਦੇ ਬਾਵਜੂਦ ਵੀ ਮਾਸ਼ਾਅੱਲਾ 5 ਟਾਈਮ ਮਸਜਿਦ 'ਚ ਆਉਂਦੇ ਹੋ, ਨਮਾਜ਼ ਪੜ੍ਹਦੇ ਹੋ ਔਰ ਆਪਣਾ ਘਰ ਦਾ ਨਿਜ਼ਾਮ ਚਲਾਉਂਦੇ ਹੋ। ਬਿਲਕੁਲ। ਤੇ ਇਹ ਲੱਤ ਕਿਵੇਂ ਕੱਟੀ ਗਈ? ਇਹ ਭਾਈਆਂ ਨੇ ਇੱਕ ਹਾਦਸਾ ਹੋਇਆ ਸੀ ਜੀ, ਉਹਦੇ ਐਕਸੀਡੈਂਟ ਦੇ ਅੰਦਰ ਜੀ ਲੱਤ ਕੱਟੀ ਗਈ ਸੀ। ਅੱਛਾ, ਤੇ ਇਹ ਲੱਤ ਕੱਟਣ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਪਹਿਲੇ ਮੈਂ ਬਿਜਲੀ ਦਾ ਕੰਮ ਕਰਦਾ ਸੀ, ਉਸ ਤੋਂ ਬਾਅਦ ਜੀ ਪਲੰਬਰੀ ਦਾ ਕੰਮ ਕਰਦਾ ਰਿਹਾ ਜੀ। ਕਾਰੀਗਰ ਸਾਂ ਜੀ, ਮੈਂ ਆਪਣਾ ਕੰਮ ਕਰਦਾ ਸੀ। ਠੀਕ ਹੋ ਗਿਆ। ਤੇ ਹਾਦਸੇ ਤੋਂ ਬਾਅਦ ਫਿਰ ਮੈਂ ਉਹ ਕੰਮ ਨਹੀਂ ਕਰ ਸਕਦਾ ਜੀ, ਇਸ ਕਰਕੇ ਫਿਰ ਮੈਂ ਦਰਜ਼ੀਆਂ ਦਾ ਕੰਮ ਸਿੱਖਿਆ ਜੀ। ਉਹ ਹੁਣ ਕਰ ਰਿਹਾ ਜੀ ਆਪਣਾ ਕੰਮ। ਘਰ 'ਚ ਕਮਾਉਣ ਵਾਲੇ ਤੁਸੀਂ ਇਕੱਲੇ ਹੀ ਹੋ? ਹਾਂਜੀ। ਤੁਹਾਡੀ ਲੱਤ ਕੱਟੀ ਗਈ, ਤੁਸੀਂ ਡਾਕਟਰਾਂ ਨਾਲ ਰਾਬਤਾ ਕੀਤਾ, ਡਾਕਟਰਾਂ ਨੂੰ ਪੁੱਛਿਆ ਕਿ ਤੁਹਾਡੀ ਲੱਤ ਦੁਬਾਰਾ ਲੱਗ ਸਕਦੀ ਹੈ ਮਸਨੂਈ? ਉਹਨਾਂ ਨਾਲ ਰਾਬਤਾ ਕੀਤਾ ਜੀ, ਲੱਤ ਬਣਵਾਈ ਵੀ ਸੀ ਇੱਕ ਮਸੂਈ ਲੱਤ, ਬਾਕੀ ਉਹ ਕੰਮ ਨਹੀਂ ਦਿੱਤੀ ਜੀ। ਉਹਨਾਂ ਨਾਲ ਦੁਬਾਰਾ ਰਾਬਤਾ ਕੀਤਾ ਜੀ, ਉਹ ਕਹਿ ਰਹੇ ਨੇ ਵੀ 7 ਲੱਖ ਰੁਪਇਆ ਲੱਗੇਗਾ ਜਾਂ 8 ਲੱਖ ਰੁਪਇਆ ਲੱਗੇਗਾ, ਫਿਰ ਤੁਹਾਡੀ ਲੱਤ ਬਣੇਗੀ ਦੁਬਾਰਾ। ਜਦ ਕਿ ਤੁਸੀਂ ਦਰਜੀ ਹੋ, ਤੁਸੀਂ 7-8 ਲੱਖ ਰੁਪਏ ਲਗਾ ਨਹੀਂ ਸਕਦੇ। ਜਿਹੜੀ ਲੱਤ ਲੱਗੀ ਸੀ ਲੱਕੜੀ ਦੀ, ਤੁਹਾਨੂੰ ਟੰਗ ਲਗਾਈ ਸੀ ਉਹਨਾਂ ਨੇ, ਉਹ ਕੀ ਵਜ਼ਨੀ ਸੀ, ਕੰਮ ਨਹੀਂ ਕਰਦੀ ਸੀ, ਕੀ ਮਸਲਾ ਸੀ? ਵਜ਼ਨੀ ਨਹੀਂ ਹੈ ਜੀ, ਵਜ਼ਨ ਤਾਂ ਠੀਕ ਹੈ ਉਹਨਾਂ ਦਾ ਜੀ। ਮੇਰੀ ਇਹ ਲੱਤ ਛੋਟੀ ਹੈਗੀ, ਇਹ ਵਿੱਚ ਸਹੀ ਐਡਜਸਟ ਨਹੀਂ ਹੁੰਦੀ। ਤੇ ਕਿਆ ਐਸਾ ਮੁਮਕਿਨ ਹੈ ਕਿ ਡਾਕਟਰ ਐਡਜਸਟ ਕਰ ਸਕਦੇ ਨੇ? ਉਹਨਾਂ ਨੇ ਕਿਹਾ ਜੀ ਹੋ ਜਾਏਗੀ, ਬਾਹਰੋਂ ਬਣ ਕੇ ਆਏਗੀ ਜੀ, ਲੇਕਿਨ ਖਰਚਾ ਜ਼ਿਆਦਾ ਹੈ ਔਰ ਤੁਸੀਂ ਅਫੋਰਡ ਨਹੀਂ ਕਰ ਸਕਦੇ। ਹਾਂਜੀ। ਤੁਸੀਂ ਤੁਹਾਡੀ ਹੁਣ ਜਿਹੜੀ ਹਾਲਾਤ ਜ਼ਿੰਦਗੀ ਗੁਜ਼ਰ ਰਹੀ ਹੈ, ਮਤਲਬ ਤੁਹਾਡੇ ਘਰ 'ਚ ਇਕੱਲੇ ਕਮਾਉਣ ਵਾਲੇ ਹੋ, ਮਤਲਬ ਖੁਦ ਕਫੀਲ ਹੋ, ਖੁਦ ਹੀ ਕਮਾਉਂਦੇ ਹੋ ਔਰ ਮਜ਼ਦੂਰ ਵੀ ਹੋ, ਤੇ ਤੁਸੀਂ ਘਰ ਦਾ ਖਰਚਾ ਚਲਾ ਲੈਂਦੇ ਹੋ? ਬਸ ਜੋ ਅੱਲਾਹ ਪਾਕ ਦੀ ਫਿਰ ਰਜ਼ਾ ਹੈ ਜੀ, ਫਿਰ ਮਾੜਾ ਚੰਗਾ ਸਰਕਲ ਚੱਲ ਹੀ ਰਿਹਾ ਜੀ। ਤੁਹਾਡੇ ਵਾਲਦ ਸਾਹਿਬ ਕੀ ਕਰਦੇ ਨੇ? ਵਾਲਦ ਸਾਹਿਬ ਮਿਹਨਤ ਮਜ਼ਦੂਰੀ ਕਰਦੇ ਸੀ, ਫਾਲਜ ਹੋ ਗਿਆ, ਹੁਣ ਘਰ ਹੀ ਨਹੀਂ ਜੀ। ਸ਼ਾਦੀशुदा ਹੋ? ਹਾਂਜੀ। ਕਿੰਨੇ ਬੱਚੇ ਨੇ? ਬੱਚੇ ਨਹੀਂ ਆਏ। ਬੱਚੇ ਨਹੀਂ ਹੈ? ਨਹੀਂ। ਤੇ ਤੁਸੀਂ ਦਰਜ਼ੀਆਂ ਦਾ ਕੰਮ ਕਰਦੇ ਹੋ, ਟੇਲਰ ਮਾਸਟਰ ਹੋ, ਸਟਿਚਿੰਗ ਕਰਦੇ ਹੋ, ਕਿੰਨਾ ਕੁ ਕਮਾ ਲੈਂਦੇ ਹੋ ਇੱਕ ਦਿਨ 'ਚ ਜਾਂ ਇੱਕ ਮਹੀਨੇ 'ਚ? ਤੁਹਾਡੀ ਇਨਕਮ ਕੀ ਹੈ? ਬਸ ਇਨਕਮ ਇਹ ਹੀ ਹੈ ਜੀ, ਦੁਕਾਨ ਦਾ ਕਿਰਾਇਆ ਦੇ ਦਿੱਤਾ ਜੀ, ਬਿਜਲੀ ਦਾ ਬਿੱਲ ਆ ਜਾਂਦਾ ਜੀ, ਉਸ ਤੋਂ ਬਾਅਦ ਜੋ ਮਾੜਾ ਚੰਗਾ ਬਚ ਜਾਵੇ ਜੀ, ਘਰ ਦਾ ਸਰਕਲ ਚੱਲ ਜਾਂਦਾ ਜੀ ਬਸ। ਜੋ ਤੁਸੀਂ ਮਾਸ਼ਾਅੱਲਾ ਤੰਦਰੁਸਤ ਸੀ, ਹੁਣ ਵੀ ਸਿਹਤਮੰਦ ਹੋ, ਇੱਕ ਲੱਤ ਨਹੀਂ ਹੈਗੀ ਤੁਹਾਡੀ, ਅੱਲਾਹ ਤੁਹਾਨੂੰ ਇਹ ਵੀ ਵਾਪਸ ਲੁਟਾ ਦੇਵੇ ਮਸਨੂਈ ਤਰੀਕੇ ਦੀ। ਤੁਸੀਂ ਨਮਾਜ਼ ਪੜ੍ਹਦੇ ਹੋ, ਮੈਂ ਤੁਹਾਨੂੰ ਇੱਕ ਦਿਨ ਤੁਹਾਡੀ ਮਸਜਿਦ 'ਚ ਨਮਾਜ਼ ਪੜ੍ਹੀ, ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਇੱਕ ਹੀ ਲੱਤ 'ਤੇ ਨਮਾਜ਼ ਪੜ੍ਹਦੇ ਹੋ, 5 ਟਾਈਮ ਮਸਜਿਦ 'ਚ ਆਉਂਦੇ ਹੋ, ਤੁਹਾਨੂੰ ਦੁਸ਼ਵਾਰੀ ਨਹੀਂ ਹੁੰਦੀ? ਨਹੀਂ ਸਰ, ਮੇਰੇ ਕੋਲ ਬੈਠ ਕੇ ਸਗੋਂ ਨਹੀਂ ਪੜ੍ਹੀ ਜਾਂਦੀ ਜੀ, ਮੈਂ ਨਮਾਜ਼ ਭੁੱਲ ਜਾਂਦਾ ਜੀ, ਇਸ ਕਰਕੇ ਮੈਂ ਖੜੇ ਹੋ ਕੇ ਨਮਾਜ਼ ਜ਼ਿਆਦਾ ਕੋਸ਼ਿਸ਼ ਕਰਨਾ ਕਿ ਪੜ੍ਹ ਲਵਾਂ। ਅੱਛਾ, ਯਾਨੀ ਕਿ ਤੁਹਾਨੂੰ ਰਹਿਤ ਵੀ ਹੈ ਅੱਲਾ ਵੱਲੋਂ, ਤੁਸੀਂ ਬੈਠ ਕੇ ਪੜ੍ਹ ਸਕਦੇ ਹੋ, ਲੇਕਿਨ ਇਸ ਦੇ ਬਾਵਜੂਦ ਵੀ ਤੁਸੀਂ ਨਮਾਜ਼ ਖੜੇ ਹੋ ਕੇ ਪੜ੍ਹਦੇ, ਮੈਂ ਵੀ ਦੇਖਿਆ, ਬਿਲਕੁਲ ਖੜੇ ਨਾਜ਼ਰੀਨ ਨੇ ਵੀ ਤੁਹਾਨੂੰ ਦੇਖਿਆ ਕਿ ਤੁਸੀਂ ਨਮਾਜ਼ ਖੜੇ ਹੋ ਕੇ ਹੀ ਪੜ੍ਹਦੇ ਹੋ। ਤੇ ਤੁਸੀਂ ਕੋਸ਼ਿਸ਼ ਕੀਤੀ ਆ ਮਤਲਬ ਕਿ ਲੱਤ ਲਗਵਾਉਣ ਦੀ, ਨਹੀਂ ਲੱਗੀ, ਜਿਹੜੀ ਲੱਗੀ ਐਡਜਸਟ ਨਹੀਂ ਹੋ ਸਕੀ, ਤੁਸੀਂ ਹੁਣ ਗੌਰਮੈਂਟ ਨੂੰ ਕੁਝ ਕਹੋਗੇ? ਐਸੇ ਅਦਾਰੇ ਪਾਕਿਸਤਾਨ 'ਚ ਮੌਜੂਦ ਨੇ ਜਿਹੜੇ ਐਸੇ ਲੋਕਾਂ ਨਾਲ, ਤੁਹਾਡੇ ਵਰਗੇ ਜਿਹੜੇ ਭਾਈ ਨੇ, ਗਰੀਬ ਨੇ ਔਰ ਮਜ਼ਦੂਰ ਨੇ, ਉਹਨਾਂ ਨਾਲ ਤਾਵਨ ਕਰਦੀਆਂ NGOs ਬਹੁਤ ਨੇ ਪਾਕਿਸਤਾਨ ਦੇ ਅੰਦਰ, ਬਹੁਤ ਸਾਰੀਆਂ ਐਸੀ ਮਜ਼ਹਬੀ ਜਮਾਤਾਂ ਨੇ ਜਿਹੜੀਆਂ ਉਹ ਐਵੇਂ ਦੇ ਲੋਕਾਂ ਦੇ ਨਾਲ ਹੈਲਪ ਕਰਦੀਆਂ ਵਾ, ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦੀਆਂ ਵਾ। ਤੁਸੀਂ ਕੀ ਪੈਗਾਮ ਦੇਵੋਗੇ ਗੌਰਮੈਂਟ ਦੇ ਨਾਮ ਜਾਂ ਉਹਨਾਂ ਅਦਾਰਿਆਂ ਨੂੰ, NGOs ਨੂੰ, ਕਿ ਤੁਹਾਡੇ ਨਾਲ ਤਾਵਨ ਕਿਸ ਤਰ੍ਹਾਂ ਕੀਤਾ ਜਾਵੇ? ਸਰ ਮੇਰਾ ਤਾਂ ਉਹਨਾਂ ਵਾਸਤੇ ਇਹੀ ਆਵਾਜ਼ ਹੈ ਕਿ ਮੇਰੇ ਵੱਲ ਤਾਵਨ ਕੀਤਾ ਜਾਵੇ। ਤਾਵਨ ਇਹ ਹੀ ਕੀਤਾ ਜਾਵੇ ਕਿ ਮੈਂ ਮਾੜਾ ਘਰ ਹੈ ਜੀ, ਮੈਂ ਮਿਹਨਤ ਮਜ਼ਦੂਰੀ ਨਹੀਂ ਕਰ ਸਕਦਾ। ਇੱਥੋਂ ਤੱਕ ਮੇਰੇ ਜਾਂ ਤੱਕ ਮੈਨੂੰ ਕੋਈ ਗੌਰਮੈਂਟ ਦੀ ਨੌਕਰੀ ਦਿੱਤੀ ਜਾਵੇ ਜਾਂ ਮੇਰੀ। ਹਾਂਜੀ, ਬਿਲਕੁਲ ਡਿਸੇਬਲ ਕੋਟੇ 'ਚ ਤੁਹਾਨੂੰ ਨੌਕਰੀ ਮਿਲ ਸਕਦੀ। ਤੁਹਾਡੀ ਤਾਲੀਮ ਕਿੰਨੀ ਹੈ? ਤਾਲੀਮ ਮੇਰੀ ਹੈ ਹੀ 6। ਅੱਛਾ, ਜਿਵੇਂ ਤੁਸੀਂ ਪ੍ਰਾਇਮਰੀ ਪਾਸ ਹੋ, 6ਵੀਂ 'ਚ ਛੱਡ ਗਏ ਸੀ, ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਗੌਰਮੈਂਟ ਤਾਵਨ ਕਰੇ? ਜੀ, ਮੈਂ ਗੌਰਮੈਂਟ ਤਾਵਨ ਕਰੇ ਜੀ, ਗਰੀਬ ਘਰ ਹੈ ਜੀ। ਅਗਰ ਗੌਰਮੈਂਟ ਤਾਵਨ ਕਰੇਗੀ ਤਾਂ ਮੈਂ ਵੀ ਗਰੀਬ ਉਹਨਾਂ ਵਾਸਤੇ ਦੁਆ ਕਰਾਂਗਾ ਜੀ, ਮੇਰੇ ਘਰ ਦਾ ਸਰਕਲ ਚੱਲੇਗਾ, ਮੇਰੇ ਘਰ ਵਾਲੇ ਵੀ ਉਹਨਾਂ ਵਾਸਤੇ ਦੁਆ ਕਰਨਗੇ। ਔਰ ਅਗਰ ਕੋਈ ਐਸਾ ਅਦਾਰਾ ਜਿਹੜਾ ਆਪਾਂ ਨੂੰ ਦੇਖ ਰਿਹਾ ਹੋਵੇ, ਕੋਈ ਐਸੀ NGOs ਜਾਂ ਕੋਈ ਮੁਖੱਈਰ ਹਜ਼ਰਾਤ ਜਿਹੜੇ ਤੁਹਾਡੀ ਇਹ ਲੱਤ ਕੱਟੀ ਗਈ ਆ, ਇਹਨੂੰ ਅਗਰ ਉਹ ਖਰਚਾ ਕਰਕੇ ਲਗਵਾ ਦੇਣ, ਤੁਸੀਂ ਕਿਆ ਜ਼ਿੰਦਗੀ ਦੁਬਾਰਾ ਉਸੇ ਤਰ੍ਹਾਂ ਗੁਜ਼ਾਰ ਸਕਦੇ? ਜਿਸ ਤਰ੍ਹਾਂ ਪਹਿਲਾਂ ਅੱਛੀ ਤਰ੍ਹਾਂ ਕਮਾਉਂਦੇ ਸੀ, ਤੁਹਾਡੀ ਮਾਸ਼ਾ ਤੁਸੀਂ 2-3 ਹੁਨਰ ਰੱਖਦੇ ਹੋ, ਇਲੈਕਟ੍ਰੀਸ਼ੀਅਨ ਰਹੇ ਹੋ, ਪਲੰਬਰੀ ਦਾ ਕੰਮ ਵੀ ਕਰ ਲੈਂਦੇ ਹੋ, ਠੀਕ ਆ, ਹੁਣ ਤੇ ਤੁਸੀਂ ਮਾਸ਼ਾਅੱਲਾ ਟੇਲਰ ਮਾਸਟਰ ਵੀ ਹੋ। ਅਗਰ ਤੁਹਾਡੀ ਇੱਕ ਲੱਤ ਲੱਗ ਜਾਂਦੀ ਹੈ, ਕੋਈ ਅਨੇਕ ਬੰਦਾ ਅੱਲਾ ਦਾ ਤੁਹਾਨੂੰ ਇਹ ਡੋਨੇਟ ਕਰ ਦਿੰਦਾ ਵਾ, ਤੇ ਤੁਸੀਂ ਉਸ ਤੋਂ ਬਾਅਦ ਕੀ ਕਰੋਗੇ? ਫਿਰ ਮੈਂ ਆਪਣਾ ਕੰਮ ਜੋ ਫਿਰ ਮੈਨੂੰ ਅੱਛਾ ਲੱਗੇਗਾ ਜੀ, ਅਗਰ ਅੱਲਾਹ ਪਾਕ ਮੈਨੂੰ ਇੰਨੀ ਕੋਈ ਹਿੰਮਤ ਦੇ ਦਿੰਦਾ, ਮੈਂ ਆਪਣਾ ਤੌਰ ਫਿਰ ਇੱਕ ਕੰਮ ਕਰ ਸਕਾਂ ਤੇ ਮੈਂ ਫਿਰ ਆਪਣੇ ਬੱਚਿਆਂ ਦੀ ਰੋਜ਼ੀ ਕਮਾ ਸਕਾਂ। ਠੀਕ ਹੋ ਗਿਆ। ਤੁਸੀਂ ਇਕੱਲੇ ਹੀ ਹੋ ਘਰ 'ਚ ਕਮਾਉਣ ਵਾਲੇ? ਜੀ ਇਕੱਲਾ ਹੀ। ਵੱਡੇ ਭਾਈ ਹੈ ਸੀ ਜੀ, ਉਹ ਲੈਦਾ ਰਹਿੰਦੇ ਨੇ ਜੀ ਸਾਡੇ ਤੋਂ। ਅੱਛਾ, ਤੁਹਾਡੇ ਨਾਲ ਕੋਈ ਤਾਵਨ ਨਹੀਂ? ਨਹੀਂ।
ने इशफाक भाई से मुलाकात की जो एक टांग से महरूम हैं। हम उनके जो वालिद मोहतरम साहब के पास आए हैं। इनको फालिज का अटैक हुआ है और ये इनका जिस्म का एक हिस्सा जो है ना वो मफलूज है, वो काम नहीं कर सकता। इस वजह से इनको बोलने में भी दुश्वारी आती। हम कोशिश करेंगे कि इनसे भी कुछ थोड़ी सी गुफ्तगू कर सकें। अस्सलाम वालेकुम। वालेकुम सलाम। चाचा जी की हाल है? ठीक हो? चाचा जी ਤੁਹਾਡਾ बेटा इशफाक एक ਲੱਤ ਤੋਂ ਮਹਿਰੂਮ ਹੈ, ਕਿਸੇ ਹਾਦਸੇ 'ਚ ਲੱਤ ਕੱਟੀ ਗਈ ਹੈ ਔਰ ਪਤਾ ਲੱਗਿਆ ਕਿ ਤੁਹਾਨੂੰ ਫਾਲਜ ਹੋਇਆ, ਤੁਸੀਂ ਵੀ ਮਾਜ਼ੂਰ ਹੋ। ਤੁਸੀਂ ਗਵਰਨਮੈਂਟ ਦੇ ਨਾਮ ਕੀ ਕਹੋਗੇ? NGOs ਨੂੰ, ਉਹਨਾਂ ਅਦਾਰਿਆਂ ਨੂੰ ਜਿਹੜੇ ਇਹਨਾਂ ਲੋਕਾਂ ਨਾਲ ਤਾਮੁਨ ਕਰਦੇ ਨੇ, ਉਹਨਾਂ ਨਾਮ ਤੁਹਾਡਾ ਕੀ ਪੈਗਾਮ ਹੈ? ਤੁਸੀਂ ਕੀ ਹੋਵੇ ਕਿ ਨਹੀਂ ਉਹਨੂੰ ਵੀ ਕਰਾਂ। जी नाज़रीन, आपने बुज़ुर्गों को देखा कि इनसे बोला नहीं जा रहा। इन्होंने कोशिश तो की है बोलने की, लेकिन इन्होंने हाथ के इशारे से हमें कहा कि मैं बोल नहीं सकता। लेकिन इनकी तरफ से जो इनका पैगाम है और घर के हालात आप देख रहे हैं, अगर मेरा कैमरामैन आपको दिखा सके तो इनके घर के अंदर क्या सूरत हाल है, किस तरह ये ज़िंदगी बसर कर रहे हैं। और इनका कहना है कि गवर्नमेंट और NGOs के नाम मेरा यही पैगाम है कि अगर खुदारा हो सके तो हमारे साथ ताउन किया जाए। जबकि इनका एक बेटा कमाने वाला है, वो घर का वाहद कफ़ील है और वो एक टांग से महरूम है। तो मेरी भी अपील है, इनका नंबर भी आप स्क्रीन पर देख रहे हैं, इनका एड्रेस भी चल रहा है, तो काइंडली खुदारा ऐसे लोगों के साथ ताउन करें जो मुस्तहिक हैं। कैमरामैन नुमान सेठी के साथ हाफिज़ खालिद, वॉइस ऑफ पंजाब, डिस्ट्रिक्ट पाकपतन।